ਮਾਸਟਰ ਕਾਡਰ ਪੰਜਾਬੀ ਸੁਪਰ ਫਾਸਟ ਰਿਵੀਜ਼ਨ ਕਹਾਣੀਕਾਰਾਂ ਤੇ ਕਹਾਣੀਆਂ ਦੇ ਨਾਲ ਸੰਬੰਧਿਤ 250 ਪ੍ਰਸ਼ਨਾਂ ਦੀ ਸੀਰੀਜ਼, ਜਿਹਦੇ ਵਿੱਚ 125 ਪ੍ਰਸ਼ਨ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਰ ਚੁੱਕੇ ਹੋ। ਹੁਣ ਇਸ ਵੀਡੀਓ ਦੇ ਵਿੱਚ ਅੱਗੇ ਕਰਾਂਗੇ 125 ਪ੍ਰਸ਼ਨ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਪ੍ਰਸ਼ਨ ਨੰਬਰ 376, ਕੰਧਾਂ ਬੋਲ ਪਈਆਂ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? ਇਹ ਹੋਇਆ ਜੀ 1960 ਈਸਵੀ ਦੇ ਵਿੱਚ। ਦੂਜਾ ਪ੍ਰਸ਼ਨ ਹੈ ਜੀ ਸਾਧਨਾ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? 1971 ਈਸਵੀ ਦੇ ਵਿੱਚ। ਇਹ ਦਲੀਪ ਕੌਰ ਟਿਵਾਣਾ ਦੀ ਰਚਨਾ ਹੈ। ਅਗਲਾ ਜੀ ਧਰਤੀ ਤੇ ਆਕਾਸ਼ ਦੁੱਧ ਦਾ ਛੱਪੜ ਕਿਸ ਦੀਆਂ ਰਚਨਾਵਾਂ ਹਨ? ਇਹ ਰਚਨਾਵਾਂ ਨੇ ਜੀ ਕੁਲਵੰਤ ਸਿੰਘ ਵਿਰਕ ਦੀਆਂ ਨੇ। ਇਹ ਕਹਾਣੀ ਸੰਗ੍ਰਹਿ ਨੇ ਦੋਵੇਂ। ਇਹ ਪੰਜਾਬੀ ਦੀ PhD ਕਰਨ ਵਾਲੀ ਪਹਿਲੀ ਨਾਰੀ ਕੌਣ ਸੀ? ਦਲੀਪ ਕੌਰ ਟਿਵਾਣਾ ਸੀ। ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ PhD ਦੀ ਡਿਗਰੀ ਪ੍ਰਾਪਤ ਕੀਤੀ ਸੀ। ਅੱਗੇ ਹੈ ਜੀ ਫਤਿਆ ਫਤ 24 ਸ਼ੇਰ, ਮੁਲਾਕਾਤ, ਚੁਸਤ ਮਹਿਕਮਾ, ਭਗੌੜਾ, ਡਾਕੂ ਰਚਨਾਵਾਂ ਕਿਸ ਕਹਾਣੀ ਸੰਗ੍ਰਹਿ ਵਿੱਚ ਹਨ? ਇਹ ਨੇ ਜੀ ਵੱਖਰੀ ਦੁਨੀਆ ਕਹਾਣੀ ਸੰਗ੍ਰਹਿ ਦੇ ਵਿੱਚ, ਜੋ ਕਿ ਗੁਰਮੁਖ ਸਿੰਘ ਮੁਸਾਫਿਰ ਦੀ ਰਚਨਾ। ਅੱਗੇ ਜੀ ਨਵੇਂ ਲੋਕ ਕਹਾਣੀ ਸੰਗ੍ਰਹਿ ਨੂੰ ਕਿਹੜਾ ਇਨਾਮ ਮਿਲਿਆ? ਇਹਨੂੰ ਮਿਲਿਆ ਸੀ ਜੀ ਪੰਜਾਬੀ ਸਾਹਿਤ ਅਕਾਦਮੀ ਸਨਮਾਨ 1969 ਈਸਵੀ ਦੇ ਵਿੱਚ। ਰਚਨਾਕਾਰ ਨੇ ਇਹਦੇ ਕੁਲਵੰਤ ਸਿੰਘ ਵਿਰਕ ਜੀ। 382ਵਾਂ ਪ੍ਰਸ਼ਨ ਹੈ ਜੀ ਗੁਰਮੁਖ ਸਿੰਘ ਮੁਸਾਫਿਰ ਕਦੋਂ ਤੋਂ ਕਦੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ? ਇਹ 1 ਨਵੰਬਰ 1966 ਤੋਂ ਲੈ ਕੇ 8 ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਦਲੀਪ ਕੌਰ ਟਿਵਾਣਾ ਦੇ 4 ਕਹਾਣੀ ਸੰਗ੍ਰਹਿਾਂ ਦੇ ਨਾਮ ਦੱਸੋ। ਪ੍ਰਵਲ ਵਹਿਨ, ਤਰਾਟਾਂ, ਵੈਰਾਗੇ ਨੈਣ ਤੇ ਯਾਤਰਾ। ਅੱਗੇ ਹੈ ਜੀ ਅਜੀਤ ਕੌਰ ਨੇ ਕੁਲਵੰਤ ਸਿੰਘ ਵਿਰਕ ਨੂੰ ਕੀ ਕਹਿ ਕੇ ਵਡਿਆਇਆ ਹੈ? ਹਾਂਜੀ, ਅਜੀਤ ਕੌਰ ਨੇ ਕੁਲਵੰਤ ਸਿੰਘ ਵਿਰਕ ਨੂੰ ਕਿਹਾ ਪੰਜਾਬੀ ਕਹਾਣੀਆਂ ਦਾ ਬਾਦਸ਼ਾਹ। ਵੈਰੀ ਇੰਪੋਰਟੈਂਟ ਪ੍ਰਸ਼ਨ। ਕੁਲਵੰਤ ਸਿੰਘ ਵਿਰਕ ਦੀ ਮੌਤ ਕਿਸ ਸਾਲ ਹੋਈ? ਇਹ ਹੋਈ ਸੀ ਜੀ 1987 ਈਸਵੀ ਦੇ ਵਿੱਚ। ਹਿੰਦੂ ਪਾਣੀ ਮੁਸਲਮਾਨ ਪਾਣੀ ਕਹਾਣੀ ਕਿਸ ਦੀ ਹੈ? ਇਹ ਹੈ ਜੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੀ ਦੀ ਰਚਨਾ ਹੈ। ਅੱਗੇ ਹੈ ਜੀ ਅਨੂਪ ਦਾ ਨਲਕਾ ਕਹਾਣੀ ਹੈ। ਇਹ ਵੀ ਗੁਰਮੁਖ ਸਿੰਘ ਮੁਸਾਫਿਰ ਦੀ ਹੈ। ਪ੍ਰਵਲ ਬਹਿਨ ਕਹਾਣੀ ਸੰਗ੍ਰਹਿ ਵਿਚਲੀਆਂ ਕੋਈ 2 ਕਹਾਣੀਆਂ ਦੇ ਨਾਮ। ਪ੍ਰਵਲ ਬਹਿਨ ਕਹਾਣੀ ਸੰਗ੍ਰਹਿ ਹੈ ਜੋ ਦਲੀਪ ਕੌਰ ਟਿਵਾਣਾ ਦੀ ਰਚਨਾ ਹੈ। ਇਹਦੇ ਵਿਚਲੀਆਂ ਕਹਾਣੀਆਂ ਨੇ ਹਿੰਦ ਪਾਕ ਦੀ ਜੈ, ਇੱਕ ਤਾਰਾ ਟੁੱਟ ਗਿਆ। ਅੱਗੇ ਜੀ ਮੁੱਢੋ ਮੁੱਢ ਕਹਾਣੀ ਦਾ ਕਹਾਣੀਕਾਰ ਕੌਣ ਹੈ? ਕੁਲਵੰਤ ਸਿੰਘ ਵਿਰਕ। ਬੰਦੇ ਦਿਆ ਪੁੱਤਰਾ, ਪੱਕੀ ਨੌਕਰੀ ਕਿਸ ਕਹਾਣੀ ਸੰਗ੍ਰਹਿ ਵਿੱਚ ਦਰਜ ਹਨ? ਇਹ ਨੇ ਜੀ ਉਰਵਾਰ ਪਾਰ ਕਹਾਣੀ ਸੰਗ੍ਰਹਿ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੀ ਰਚਨਾ। ਇਸ ਕਹਾਣੀ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਸਨਮਾਨ ਵੀ ਪ੍ਰਾਪਤ ਹੋ ਚੁੱਕਿਆ। ਅੱਗੇ ਜੀ ਲੱਖਾਂ ਕਰੋੜਾਂ ਰੁਪਇਆ ਕਹਾਣੀ ਕਿਸ ਦੀ ਰਚਨਾ ਹੈ? ਕੁਲਵੰਤ ਸਿੰਘ ਵਿਰਕ ਦੀ ਰਚਨਾ ਜੀ ਇਹ। ਸੁਜਾਨ ਸਿੰਘ ਦੇ 2 ਲੇਖ ਸੰਗ੍ਰਹਿਾਂ ਦੇ ਨਾਮ ਦੱਸੋ। ਇਹ ਨੇ ਜੀ ਜੰਮੂ ਜੀ ਤੁਸੀਂ ਬੜੇ ਰਾਹ, ਖੁੰਬਾਂ ਦਾ ਸ਼ਿਕਾਰ। ਅੱਗੇ ਜੀ ਬੱਸ ਕੰਡਕਟਰ ਕਿਸ ਦੀ ਰਚਨਾ ਹੈ? ਦਲੀਪ ਕੌਰ ਟਿਵਾਣਾ ਦੀ। ਕਲਗੀਆਂ ਦੀਆਂ ਅਣੀਆਂ ਪੁਸਤਕ ਕਿਸ ਦੀ ਰਚਨਾ ਹੈ? ਇਹ ਹੈ ਜੀ ਸੁਜਾਨ ਸਿੰਘ ਦੀ। ਪਠਾਨ ਦੀ ਧੀ ਕਹਾਣੀ ਦਾ ਲੇਖਕ ਕੌਣ ਹੈ? ਇਹ ਹੈ ਜੀ ਪ੍ਰਿੰਸੀਪਲ ਸੁਜਾਨ ਸਿੰਘ। ਅੱਗੇ ਜੀ ਪੰਜਾਂ ਵਿੱਚ ਪਰਮੇਸ਼ਵਰ, ਫੁੱਲਾਂ ਦੀਆਂ ਕਹਾਣੀਆਂ ਤੇ ਪੰਛੀਆਂ ਦੀਆਂ ਕਹਾਣੀਆਂ ਕਿਸ ਦੀਆਂ ਰਚਨਾਵਾਂ ਹਨ? ਇਹ ਨੇ ਜੀ ਦਲੀਪ ਕੌਰ ਟਿਵਾਣਾ ਦੀਆਂ। ਤਿੰਨੋਂ ਰਚਨਾਵਾਂ ਨੇ ਜੋ ਬੱਚਿਆਂ ਦੇ ਲਈ ਪੁਸਤਕਾਂ ਨੇ ਇਹ 3। ਹੱਸਦਾ ਬੁੱਤ, ਬਾਬੂ ਰਾਮ ਸਰੂਪ ਕਿਸ ਦੀਆਂ ਰਚਨਾਵਾਂ ਹਨ? ਕੁਲਵੰਤ ਸਿੰਘ ਵਿਰਕ ਦੀਆਂ ਰਚਨਾਵਾਂ ਨੇ ਇਹ। ਅੱਗੇ ਜੀ ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ? 29 ਜੁਲਾਈ 1909 ਈਸਵੀ ਦੇ ਵਿੱਚ ਜਨਮ ਹੋਇਆ। ਅੱਗੇ ਜੀ ਪਟਿਆਲੇ ਦਾ ਨਾਮ ਸੁਣ ਕੇ ਕਿਸ ਦੀ ਰਚਨਾ ਹੈ? ਇਹ ਹੈ ਜੀ ਦਲੀਪ ਕੌਰ ਟਿਵਾਣਾ ਦੀ। ਅੱਗੇ ਜੀ ਨਰਕਾਂ ਦੇ ਦੇਵਤੇ, ਮਨੁੱਖ ਤੇ ਪਸ਼ੂ ਕਹਾਣੀ ਸੰਗ੍ਰਹਿ ਕਿਸ ਦੀ ਰਚਨਾ ਹਨ? ਇਹ ਰਚਨਾ ਨੇ ਜੀ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ। ਅੱਗੇ ਜੀ 50 ਪ੍ਰਸ਼ਨ ਹੋ ਗਏ, 25 ਪ੍ਰਸ਼ਨ ਹੋ ਗਏ, 100 ਪ੍ਰਸ਼ਨ ਬਾਕੀ ਹੈ ਇਸ ਵੀਡੀਓ ਦੇ ਵਿੱਚ। ਅੱਗੇ ਦੇਖਦੇ ਹਾਂ ਜੀ ਅਗਲਾ ਪ੍ਰਸ਼ਨ। ਬਾਵਾਨੀਆਂ ਕਹਾਣੀਆਂ ਪੁੱਤ ਸਪੂਤ ਕਰੇਨ ਕੀ ਹੈ? ਇਹ ਸੰਪਾਦਿਤ ਕਹਾਣੀ ਸੰਗ੍ਰਹਿ ਹੈ ਜੀ ਦਲੀਪ ਕੌਰ ਟਿਵਾਣਾ ਦੀ ਰਚਨਾ। ਅੱਗੇ ਜੀ ਅਲੀ ਬਾਬਾ ਤੇ ਕਾਸਿਮ ਰਚਨਾ ਕਿਸ ਦੀ ਹੈ? ਇਹ ਹੈ ਜੀ ਕੁਲਵੰਤ ਸਿੰਘ ਵਿਰਕ ਦੀ। ਅਗਲਾ ਪ੍ਰਸ਼ਨ ਹੈ ਜੀ ਸੁਜਾਨ ਸਿੰਘ ਦੀ ਰਚਨਾ ਸ਼ਹਿਰ ਤੇ ਗਰਾਂ ਨੂੰ ਕਿਹੜਾ ਸਨਮਾਨ ਮਿਲਿਆ? ਇਹਨੂੰ 1986 ਦੇ ਵਿੱਚ ਮਿਲਿਆ ਸੀ ਜੀ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਵੱਲੋਂ। 404 ਪ੍ਰਸ਼ਨ ਹੈ ਜੀ ਸੁਜਾਨ ਸਿੰਘ ਦੇ ਪਿਤਾ ਦਾ ਨਾਮ ਸੀ ਸਰਦਾਰ ਹਕੀਮ ਸਿੰਘ ਜੀ। ਝਟਕਈ ਦਾ ਮੁੰਡਾ ਕਿਸ ਦੀ ਰਚਨਾ ਹੈ? ਇਹ ਹੈ ਜੀ ਕਹਾਣੀ
ਦਲੀਪ ਕੌਰ ਟਿਵਾਣਾ ਦੀ ਰਚਨਾ ਜੋ ਕਿ ਤੂੰ ਭਰੀ ਹੁੰਗਾਰਾ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ। ਅਗਲਾ ਪ੍ਰਸ਼ਨ ਹੈ ਜੀ ਦੁੱਖ ਸੁੱਖ ਤੋਂ ਪਿੱਛੋਂ ਕਿਸ ਦੇ ਕਹਾਣੀ ਸੰਗ੍ਰਹਿ ਹਨ। ਇਹ ਕਹਾਣੀ ਸੰਗ੍ਰਹਿ ਨੇ ਜੀ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੇ। ਅੱਗੇ ਹੈ ਜੀ ਸਾਂਝ ਕਹਾਣੀ ਕਿਸ ਦੀ ਰਚਨਾ ਹੈ। ਇਹ ਹੈ ਜੀ ਕੁਲਵੰਤ ਸਿੰਘ ਵਿਰਕ ਦੀ ਰਚਨਾ ਜੋ ਕਿ ਨਵੇਂ ਲੋਕ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ। ਪਿਆਰੇ ਵਿਦਿਆਰਥੀਓ, ਇਸ ਕਹਾਣੀ ਸੰਬੰਧੀ ਕਈ ਡਾਊਟ ਨੇ, ਮੈਂ ਕਲੀਅਰ ਕਰ ਰਿਹਾ ਹੁਣ। ਇਹ ਕਹਾਣੀ ਸਾਂਝ ਕਹਾਣੀ 3 ਕਹਾਣੀਕਾਰਾਂ ਨੇ ਲਿਖੀ ਹੈ, ਜਿਹਦੇ ਵਿੱਚੋਂ ਇੱਕ ਤੁਹਾਡੇ ਸਾਹਮਣੇ ਹੈ ਕੁਲਵੰਤ ਸਿੰਘ ਵਿਰਕ ਦੀ ਰਚਨਾ ਜੋ ਕਿ ਨਵੇਂ ਲੋਕ ਕਹਾਣੀ ਸੰਗ੍ਰਹਿ ਦੇ ਵਿੱਚ ਹੈ। ਅਤੇ ਅਗਲੀ ਕਹਾਣੀ ਇਹ ਲਿਖੀ ਹੈ ਜੀ ਸਾਂਝ ਕਹਾਣੀ ਹੈ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ ਜੋ ਕਿ ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ। ਅਤੇ ਤੀਜੀ ਵਾਰ ਕਹਾਣੀ ਸਾਂਝ ਲਿਖੀ ਗਈ ਹੈ ਜੀ ਸੁਜਾਨ ਸਿੰਘ ਜੀ ਦੇ ਦੁਆਰਾ ਜੋ ਕਿ ਸਵਾਲ ਜਵਾਬ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ। ਤਾਂ ਧਿਆਨ ਰੱਖਣਾ ਜੀ, ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਇਸ ਕਹਾਣੀ ਪ੍ਰਤੀ ਤੁਹਾਡੇ ਮਨ ਦੇ ਵਿੱਚ। ਅੱਗੇ ਹੈ ਜੀ ਪੱਤਨ ਅਤੇ ਸਰਾਂ ਕਿਸ ਦਾ ਸੰਪਾਦਿਤ ਕਹਾਣੀ ਸੰਗ੍ਰਹਿ ਹੈ। ਇਹ ਹੈ ਜੀ ਸੁਜਾਨ ਸਿੰਘ ਜੀ ਦਾ। ਅੱਗੇ ਹੈ ਜੀ ਬਾਪ ਜਿਨ੍ਹਾਂ ਦੇ ਰਾਜੇ ਹੁੰਦੇ ਕਿਸ ਕਹਾਣੀ ਸੰਗ੍ਰਹਿ ਵਿੱਚ ਹੈ। ਇਹ ਹੈ ਜੀ ਵੇਦਨਾ ਕਹਾਣੀ ਸੰਗ੍ਰਹਿ ਦਲੀਪ ਕੌਰ ਟਿਵਾਣਾ ਦੀ ਰਚਨਾ। ਸਭ ਰੰਗ ਕਹਾਣੀ ਸੰਗ੍ਰਹਿ ਕਿਸ ਦਾ ਹੈ। ਇਹ ਹੈ ਜੀ ਸੁਜਾਨ ਸਿੰਘ ਜੀ ਦਾ। ਅਗਲਾ ਪ੍ਰਸ਼ਨ ਹੈ ਜੀ ਪ੍ਰਸਿੱਧ ਕਹਾਣੀ ਬਾਘਾਂ ਦਾ ਰਾਖਾ ਕਿਸ ਦੀ ਰਚਨਾ ਹੈ। ਇਹ ਹੈ ਜੀ ਸੁਜਾਨ ਸਿੰਘ ਦੀ। ਮਨੁੱਖ ਅਤੇ ਪਸ਼ੂ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ। 1952 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ, ਪ੍ਰਿੰਸੀਪਲ ਸੁਜਾਨ ਸਿੰਘ ਦੀ ਰਚਨਾ। ਅੱਗੇ ਹੈ ਜੀ ਸੀਆ ਤਾਤਾ ਮਾਸੀ ਭਨੇਵੀ ਕਿਸ ਦੀ ਰਚਨਾ ਹੈ। ਇਹ ਹੈ ਜੀ ਸੁਜਾਨ ਸਿੰਘ ਦੀ ਰਚਨਾ ਜੋ ਕਿ ਪੂਰਤੀ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਨੇ। ਅੱਗੇ ਹੈ ਜੀ ਰੱਬ ਦੀ ਮੌਤ ਅਤੇ ਐਕਸੀਡੈਂਟ ਰਚਨਾਵਾਂ ਕਿਸ ਦੀਆਂ ਹਨ। ਇਹ ਵੀ ਪ੍ਰਿੰਸੀਪਲ ਸੁਜਾਨ ਸਿੰਘ ਦੀਆਂ ਨੇ, ਦੁੱਖ ਸੁੱਖ ਤੋਂ ਪਿੱਛੋਂ ਕਹਾਣੀ ਸੰਗ੍ਰਹਿ ਦੇ ਵਿੱਚ ਨੇ। 415ਵਾਂ ਪ੍ਰਸ਼ਨ ਹੈ ਜੀ ਸੋਹਣੀ ਚੁੜੇਲ ਬਰੰਗ ਚਿੱਠੀ ਕਿਸ ਦੀ ਰਚਨਾ ਹੈ। ਇਹ ਨੇ ਜੀ ਦਲੀਪ ਕੌਰ ਟਿਵਾਣਾ ਦੀ ਰਚਨਾ। ਅੱਗੇ ਹੈ ਜੀ ਮਨੁੱਖ ਅਤੇ ਪਸ਼ੂ ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਕੋਈ 4 ਕਹਾਣੀਆਂ ਦੱਸੋ। ਇਹ ਹੈ ਜੀ ਲਾਲ ਮੁਨੀ ਦਾ ਫੇਰਾ, ਮਨੁੱਖ ਅਤੇ ਪਸ਼ੂ, ਕਪੂਰ ਅਤੇ ਮਜ਼ਦੂਰ, ਇੱਕੋ ਰਸਤਾ। ਅਗਲਾ ਪ੍ਰਸ਼ਨ ਹੈ ਜੀ ਪੱਤਨ ਅਤੇ ਸਰਾਂ ਕਿਸ ਦਾ ਕਹਾਣੀ ਸੰਗ੍ਰਹਿ ਹੈ। ਪ੍ਰਿੰਸੀਪਲ ਸੁਜਾਨ ਸਿੰਘ ਦਾ ਜੀ ਇਹ ਸੰਪਾਦਿਤ ਕਹਾਣੀ ਸੰਗ੍ਰਹਿ ਹੈ। ਪੋ ਫੁੱਟ ਪਈ ਚੋਰ ਅਤੇ ਸਾਧ ਕਿਸ ਦੀ ਰਚਨਾ ਹੈ। ਇਹ ਹੈ ਜੀ ਸੁਜਾਨ ਸਿੰਘ ਦੀ ਜੋ ਕਿ ਪੱਤਨ ਅਤੇ ਸਰਾਂ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ। ਅੱਗੇ ਹੈ ਜੀ ਆਗਿਆ ਅਤੇ ਗੁਰਮਤਾ ਧੀਰ ਧੁਰੰਦਰ ਕਿਸ ਪੁਸਤਕ ਵਿੱਚ ਦਰਜ ਨੇ। ਇਹ ਰਚਨਾਵਾਂ ਨੇ ਜੀ ਅਮਰ ਗੁਰ ਰਿਸ਼ਮਾ ਪੁਸਤਕ ਦੇ ਵਿੱਚ ਦਰਜ ਨੇ ਜੋ ਕਿ ਗੁਰੂ ਸੁਜਾਨ ਸਿੰਘ ਜੀ ਦੀ ਰਚਨਾ ਹੈ। ਅੱਗੇ ਹੈ ਜੀ ਕਰਾਮਾਤ ਕਹਾਣੀ ਕਿਸ ਦੀ ਰਚਨਾ ਹੈ। ਸੁਜਾਨ ਸਿੰਘ ਦੀ ਜੋ ਕਿ ਕਲਗੀ ਦੀਆਂ ਅਣੀਆਂ ਪੁਸਤਕ ਦੇ ਵਿੱਚ ਦਰਜ ਹੈ। ਪਿਆਰੇ ਵਿਦਿਆਰਥੀਓ, ਇਸ ਵੀਡੀਓ ਦੇ 80 ਪ੍ਰਸ਼ਨ ਹਾਲੇ ਪੈਂਡਿੰਗ ਪਏ ਨੇ। ਅੱਗੇ ਹੈ ਜੀ ਨਰਕਾਂ ਦੇ ਦੇਵਤੇ ਕਿਸ ਦਾ ਕਹਾਣੀ ਸੰਗ੍ਰਹਿ ਹੈ। ਪ੍ਰਿੰਸੀਪਲ ਸੁਜਾਨ ਸਿੰਘ ਜੀ। ਇੱਕ ਕਹਾਣੀ ਜਿਹੜੀ ਕਹਾਣੀ ਨਹੀਂ, ਇਹ ਕਹਾਣੀ ਸੰਗ੍ਰਹਿ ਕਿਸ ਦੇ ਵਿੱਚ ਦਰਜ ਹੈ। ਇਹ ਕਹਾਣੀਆਂ ਜੋ ਕਿਸ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ। ਇਹ ਹੈ ਜੀ ਨਰਕਾਂ ਦੇ ਦੇਵਤੇ, ਪ੍ਰਿੰਸੀਪਲ ਸੁਜਾਨ ਸਿੰਘ ਦੀ ਰਚਨਾ। ਅੱਗੇ ਹੈ ਜੀ ਸਾਂਝ ਥੇਲੀ ਦਾ ਧੱਬਾ ਅਤੇ ਕਹਾਣੀਆਂ ਕਿਸ ਦੀ ਰਚਨਾਵਾਂ ਨੇ। ਇਹ ਨੇ ਜੀ ਪ੍ਰਿੰਸੀਪਲ ਸੁਜਾਨ ਸਿੰਘ ਦੀਆਂ ਰਚਨਾਵਾਂ ਨੇ ਅਤੇ ਇਹ ਸਵਾਲ ਜਵਾਬ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਨੇ। ਅੱਗੇ ਹੈ ਜੀ ਸੁਹਾਗਣ ਵਿਧਵਾ ਦੈਂਤਾਂ ਦਾ ਨਾਸ਼ ਕਿਸ ਕਹਾਣੀ ਸੰਗ੍ਰਹਿ ਵਿੱਚ ਨੇ। ਇਹ ਨੇ ਜੀ ਸ਼ਹਿਰ ਅਤੇ ਗਰਾਂ ਜੋ ਕਿ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਰਚਨਾ ਹੈ। ਅੱਗੇ ਹੈ ਜੀ ਸੁਜਾਨ ਸਿੰਘ ਕਿਸ ਅਹੁਦੇ ਤੋਂ ਸੇਵਾ ਮੁਕਤ ਹੋਏ। ਇਹ ਹੋਏ ਸੀ ਜੀ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ। ਮੋਹਨ ਭੰਡਾਰੀ ਦਾ ਜਨਮ ਕਿੱਥੇ ਹੋਇਆ। ਪਿੰਡ ਬਨਭੋਰਾ, ਜ਼ਿਲ੍ਹਾ ਸੰਗਰੂਰ। ਮੋਹਨ ਭੰਡਾਰੀ ਦਾ ਜਨਮ ਕਦੋਂ ਹੋਇਆ ਸੀ ਜੀ। 14 ਫਰਵਰੀ 1937 ਈਸਵੀ ਦੇ ਵਿੱਚ। ਤਾਂ ਕਲੀਅਰ ਨਹੀਂ ਹੈਗਾ ਜੀ, ਉਰੇ ਕਲੀਅਰ ਕਰ ਦਈਏ 1937। ਅਗਲਾ ਪ੍ਰਸ਼ਨ ਹੈ ਜੀ ਮੋਹਨ ਭੰਡਾਰੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ। ਮਾਤਾ ਦਾ ਨਾਮ ਸੀ ਜੀ ਭਗਵਾਨ ਦੇਵੀ, ਪਿਤਾ ਦਾ ਨਾਮ ਸੀ ਸ਼੍ਰੀ ਨੱਥੂ ਰਾਮ। ਅੱਗੇ ਜੀ ਮੋਹਨ ਭੰਡਾਰੀ ਨੇ ਅਦਵਾਟਾ ਕਹਾਣੀ ਕਦੋਂ ਲਿਖੀ। ਜਦੋਂ ਉਹ 9ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ, 9th ਕਲਾਸ ਦੇ ਵਿੱਚ ਸੀ ਜਦੋਂ, ਉਸ ਸਮੇਂ ਉਹਨਾਂ ਨੇ ਅਦਵਾਟਾ ਕਹਾਣੀ ਲਿਖੀ। ਅੱਗੇ ਜੀ ਮੋਹਨ ਭੰਡਾਰੀ ਦੀ ਵਧੇਰੇ ਪ੍ਰਸਿੱਧੀ ਕਿਸ ਕਰਕੇ ਹੋਈ। ਇਹ ਹੋਈ ਸੀ ਜੀ ਇੱਕ ਕਹਾਣੀਕਾਰ ਦੇ ਤੌਰ 'ਤੇ ਉਹਨਾਂ ਦੀ ਵਧੇਰੇ ਪ੍ਰਸਿੱਧੀ ਹੋਈ ਸੀ। ਅਗਲਾ ਪ੍ਰਸ਼ਨ ਹੈ ਜੀ ਮੋਹਨ ਭੰਡਾਰੀ ਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ ਕਦੋਂ ਮਿਲਿਆ।
1998 ਈਸਵੀ ਦੇ ਵਿੱਚ ਮਿਲਿਆ ਸੀ ਜੀ ਮੂਨ ਦੀ ਅੱਖ ਕਹਾਣੀ ਸੰਗ੍ਰਹਿ ਦੇ ਲਈ। ਅਗਲਾ ਪ੍ਰਸ਼ਨ ਹੈ ਜੀ ਮੋਹਨ ਭੰਡਾਰੀ ਦੇ 2 ਕਹਾਣੀ ਸੰਗ੍ਰਹਿਾਂ ਦੇ ਨਾਮ ਦੱਸੋ। ਇਹ ਹੈ ਜੀ ਬਰਫ਼ ਲਤਾੜੇ ਰੁੱਖ ਅਤੇ ਕਾਠ ਦੀ ਲੱਤ। ਅੱਗੇ ਹੈ ਜੀ ਤਿਲਚੋਲੀ ਕਹਾਣੀ ਸੰਗ੍ਰਹਿ ਕਿਸ ਦੀ ਰਚਨਾ ਹੈ। ਮੋਹਨ ਭੰਡਾਰੀ ਦੀ। ਅੱਗੇ ਹੈ ਜੀ ਗੋਰਾ ਬਾਦਸ਼ਾਹ ਤਨ ਪੱਤਨ ਕਿਸ ਦੀ ਰਚਨਾ ਹੈ। ਇਹ ਵੀ ਮੋਹਨ ਭੰਡਾਰੀ ਦੀ ਰਚਨਾ ਹੈ, ਕਹਾਣੀ ਸੰਗ੍ਰਹਿ ਹੈ। ਅੱਗੇ ਹੈ ਜੀ ਮੋਹਨ ਭੰਡਾਰੀ ਕਿਸ ਵਿਭਾਗ ਤੋਂ ਸੇਵਾ ਮੁਕਤ ਹੋਏ। ਇਹ ਸੀ ਜੀ ਪੰਜਾਬ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋਏ ਨੇ। ਅੱਗੇ ਹੈ ਜੀ ਮੋਹਨ ਭੰਡਾਰੀ ਪੰਜਾਬ ਦੇ ਕਿਸ ਇਲਾਕੇ ਨਾਲ ਸੰਬੰਧਿਤ ਨੇ। ਇਹਨੇ ਜੀ ਮਾਲਵਾ ਇਲਾਕੇ ਦੇ ਨਾਲ, ਕਿਉਂਕਿ ਇਹਨਾਂ ਦਾ ਜਨਮ ਪਿੰਡ ਬਨਭੋਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਸੀ, ਜੋ ਕਿ ਮਾਲਵਾ ਦੇ ਵਿੱਚ ਪੈਂਦਾ ਹੈ। ਅੱਗੇ ਹੈ ਜੀ ਮੋਹਨ ਭੰਡਾਰੀ ਨੂੰ ਤਿਲਚੋਲੀ ਕਹਾਣੀ ਸੰਗ੍ਰਹਿ ਲਈ ਕਿੱਥੋਂ ਸਨਮਾਨ ਪ੍ਰਾਪਤ ਹੋਇਆ। ਇਹ ਹੈ ਜੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਵੱਲੋਂ ਸਨਮਾਨ ਪ੍ਰਾਪਤ ਹੋਇਆ ਤਿਲਚੋਲੀ ਕਹਾਣੀ ਸੰਗ੍ਰਹਿ ਦੇ ਲਈ। ਅੱਗੇ ਹੈ ਜੀ ਪਛਾਣ ਕਹਾਣੀ ਸੰਗ੍ਰਹਿ ਨੂੰ ਕਿਹੜਾ ਪੁਰਸਕਾਰ ਮਿਲਿਆ। ਇਹਨੂੰ ਮਿਲਿਆ ਸੀ ਜੀ ਕੁਲਵੰਤ ਸਿੰਘ ਵਿਰਕ ਪੁਰਸਕਾਰ, ਮੋਹਨ ਭੰਡਾਰੀ ਦੀ ਰਚਨਾ। ਤਨ ਪੱਤਨ ਵਿੱਚ ਕਿਸ ਦੀਆਂ 94 ਕਹਾਣੀਆਂ ਦਰਜ ਹਨ। ਇਹਨੇ ਜੀ ਮੋਹਨ ਭੰਡਾਰੀ ਦੀਆਂ। ਧਿਆਨ ਰੱਖਿਓ ਜੀ 94 ਕਹਾਣੀਆਂ ਨੇ ਤਨ ਪੱਤਨ ਦੇ ਵਿੱਚ। ਅੱਗੇ ਹੈ ਜੀ ਸੁਬਰਾਮਨੀਆ ਭਾਰਤੀ ਕਿਸ ਦੀ ਅਨੁਵਾਦਿਤ ਪੁਸਤਕ ਹੈ। ਇਹ ਹੈ ਜੀ ਮੋਹਨ ਭੰਡਾਰੀ ਦੀ ਅਨੁਵਾਦਿਤ ਪੁਸਤਕ ਹੈ ਸੁਬਰਾਮਨੀਆ ਭਾਰਤੀ। ਅੱਗੇ ਹੈ ਜੀ ਬਾਕੀ ਸਭ ਸੁੱਖ ਸਾਂਦ ਹੈ ਕਿਸ ਦੀ ਰਚਨਾ ਹੈ। ਮੋਹਨ ਭੰਡਾਰੀ ਦੀ। ਤਿਲਚੋਲੀ ਘੋਟਨਾ ਗੰਗਾ ਜਲ ਕਿਸ ਕਹਾਣੀ ਸੰਗ੍ਰਹਿ ਵਿੱਚ ਹਨ। ਇਹਨੇ ਜੀ ਤਿਲਚੋਲੀ ਕਹਾਣੀ ਸੰਗ੍ਰਹਿ ਦੇ ਵਿੱਚ। ਅਗਲਾ ਪ੍ਰਸ਼ਨ ਹੈ ਜੀ ਇੱਕ ਪਰੀ ਕਹਾਣੀ ਇੱਕ ਦਾਣਾ ਕਿਸ ਦੀ ਰਚਨਾ ਹੈ। ਇਹ ਹੈ ਜੀ ਮੋਹਨ ਭੰਡਾਰੀ ਦੀ। ਤਿਲਚੋਲੀ ਕਹਾਣੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ। 1965 ਈਸਵੀ ਦੇ ਵਿੱਚ। ਅੱਗੇ ਹੈ ਜੀ ਮੈਨੂੰ ਟੈਗੋਰ ਬਣਾ ਦੇ ਮਾਂ ਪਿੱਤਲ ਦੇ ਬਟਨ ਕਿਸ ਦੀ ਰਚਨਾ ਹੈ। ਇਹ ਹੈ ਜੀ ਮੋਹਨ ਭੰਡਾਰੀ ਦੀ, ਜੋ ਕਿ ਮਨੁੱਖ ਦੀ ਪੈੜ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਨੇ। ਅੱਗੇ ਹੈ ਜੀ ਤਿੜਕਿਆ ਹੋਇਆ ਸ਼ੀਸ਼ਾ ਸਾਹਿਤ ਦੀ ਕਿਹੜੀ ਵਿਧਾ ਹੈ। ਇਹ ਕਹਾਣੀ ਹੈ ਜੀ ਮੋਹਨ ਭੰਡਾਰੀ ਦੀ। ਕਹਾਣੀ ਸੰਗ੍ਰਹਿ ਹੈ ਕਾਠ ਦੀ ਲੱਤ। ਅੱਗੇ ਹੈ ਜੀ ਦੋਸ਼ੀ ਮੀਤੋ ਗਿਲਾ ਨਵਾਂ ਦਿਲ ਕਿਸ ਕਹਾਣੀ ਸੰਗ੍ਰਹਿ ਵਿੱਚ ਹਨ। ਇਹਨੇ ਜੀ ਕਾਠ ਦੀ ਲੱਤ ਦੇ ਵਿੱਚ। ਅੱਗੇ ਜੀ ਮਿੱਟੀ ਦੇ ਘਰ ਕਿਸ ਦੀ ਰਚਨਾ ਹੈ। ਮੋਹਨ ਭੰਡਾਰੀ ਦੀ ਰਚਨਾ ਜੀ ਇਹ। ਮੂਨ ਦੀ ਅੱਖ ਕਹਾਣੀ ਸੰਗ੍ਰਹਿ ਨੂੰ ਕਦੋਂ ਪ੍ਰਕਾਸ਼ਿਤ ਹੋਇਆ। ਇਹ 1995 ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ, ਅਤੇ ਇਹਨੂੰ 98 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ ਸੀ ਇਸ ਰਚਨਾ ਨੂੰ। ਮੂਨ ਦੀ ਅੱਖ ਮੋਹਨ ਭੰਡਾਰੀ 1998 ਭਾਰਤੀ ਸਾਹਿਤ ਅਕਾਦਮੀ ਸਨਮਾਨ। ਅੱਗੇ ਜੀ ਤਰਨ ਤਾਰਨ ਤਨਾਓ ਅੰਸ਼ ਬਸੇਵਾ ਨੱਥ ਹਿੰਦੁਸਤਾਨ ਕਿਸ ਕਹਾਣੀ ਸੰਗ੍ਰਹਿ ਦੇ ਵਿੱਚ ਨੇ। ਇਹਨੇ ਜੀ ਗੋਰਾ ਬਾਦਸ਼ਾਹ, ਜੋ ਕਿ ਮੋਹਨ ਭੰਡਾਰੀ ਦੀ ਰਚਨਾ ਹੈ। ਅਗਲਾ ਪ੍ਰਸ਼ਨ ਹੈ ਜੀ ਚਰਾਂਦ ਦੇ ਨਜ਼ਾਰੇ ਉਹ ਆ ਧਮਕਿਆ ਦਾ ਅਨੁਵਾਦਕ ਕੌਣ ਹੈ। ਇਹ ਹੈ ਜੀ ਮੋਹਨ ਭੰਡਾਰੀ ਅਨੁਵਾਦਕ ਹੈ। ਪੁਸਤਕ ਹੈ ਬੰਬੀ, ਪੁਸਤਕ ਦਾ ਨਾਮ ਹੈ ਬੰਬੀ। ਅੱਗੇ ਹੈ ਜੀ ਧਮਾਕੇ ਦੀ ਆਵਾਜ਼ ਤੀਜੇ ਹੱਥ ਦਾ ਭੈ ਕਿਸ ਪੁਸਤਕ ਵਿੱਚ ਹਨ। ਇਹ ਰਚਨਾਵਾਂ ਨੇ ਜੀ ਬੰਬੀ ਪੁਸਤਕ ਦੇ ਵਿੱਚ ਨੇ, ਜੋ ਕਿ ਅਨੁਵਾਦਕ ਹੈ ਮੋਹਨ ਭੰਡਾਰੀ ਜੀ। ਅੱਗੇ ਹੈ ਜੀ ਕਥਾ ਵਾਰਤਾ ਰਚਨਾ ਕੀ ਹੈ। ਕਹਾਣੀ ਸੰਗ੍ਰਹਿ ਹੈ ਮੋਹਨ ਭੰਡਾਰੀ ਜੀ ਦਾ। ਆਲ੍ਹਣੇ ਦੇ ਬੋਟ ਕਹਾਣੀ ਦਾ ਲੇਖਕ ਕੌਣ ਹੈ। ਇਹ TGT ਦਾ ਪੇਪਰ ਹੋਇਆ ਸੀ 2015 ਦੇ ਵਿੱਚ, ਉਹਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀ। ਇਹ ਗੁਰਮੁਖ ਸਿੰਘ ਮੁਸਾਫਿਰ। ਅੱਗੇ ਹੈ ਜੀ ਭੱਤਾ ਕਹਾਣੀ ਕਿਸ ਦੀ ਰਚਨਾ ਹੈ। ਇਹ ਹੈ ਜੀ ਸੰਤ ਸਿੰਘ ਸੇਖੋਂ ਦੀ ਰਚਨਾ ਹੈ ਭੱਤਾ ਕਹਾਣੀ। ਅੱਗੇ ਹੈ ਜੀ ਤੂੰ ਮੇਰਾ ਕੱਦ ਵੇਖਿਆ ਹੈ ਜੋ ਇਤਨਾ ਕੱਦ ਕਿਸੇ ਕੁੜੀ ਦਾ ਹੋਵੇ। ਇਹ ਕਿਸ ਲੇਖਕ ਦੀ ਕਹਾਣੀ ਦੀਆਂ ਸਤਰਾਂ ਨੇ। ਇਹਨੇ ਜੀ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਦੀਆਂ ਸਤਰਾਂ ਨੇ। ਅਗਲਾ ਪ੍ਰਸ਼ਨ ਹੈ ਜੀ ਸਵੇਰ ਹੋਣ ਤੱਕ ਕਹਾਣੀ ਸੰਤੋਖ ਸਿੰਘ ਧੀਰ। ਗੁਲਬਾਨੋ ਕਹਾਣੀ ਅਜੀਤ ਕੌਰ, ਵੈਰੀ ਇੰਪੋਰਟੈਂਟ ਫੇਮਸ ਪ੍ਰਸ਼ਨ ਇਹ। ਗੋਲਾਂ ਕਹਾਣੀ ਸੰਗ੍ਰਹਿ ਕੁਲਵੰਤ ਸਿੰਘ ਵਿਰਕ। ਦੂਸਰੀ ਸੀਤਾ, ਤਿੱਲੀ ਦਾ ਨਿਸ਼ਾਨਾ, ਇਹੋ ਹਮਾਰਾ ਜੀਵਨਾ, ਨੰਗੇ ਪੈਰਾਂ ਦਾ ਸਫ਼ਰ ਕਿਸ ਦੀਆਂ ਰਚਨਾਵਾਂ ਨੇ। ਇਹ ਲੈਕਚਰਰ ਦਾ ਪੇਪਰ ਹੋਇਆ ਸੀ 2016 ਦੇ ਵਿੱਚ, ਉਹਦੇ ਵਿੱਚ ਪ੍ਰਸ਼ਨ ਆਇਆ ਸੀ ਜੀ। ਇਹ ਹੈ ਜੀ ਦਲੀਪ ਕੌਰ ਟਿਵਾਣਾ ਦੀਆਂ ਰਚਨਾਵਾਂ ਨੇ ਸਾਰੀਆਂ, ਅਲੱਗ-ਅਲੱਗ ਨੇ। ਇਹੋ ਹਮਾਰਾ ਜੀਵਨਾ ਨਾਵਲ ਹੈ। ਨੰਗੇ ਪੈਰਾਂ ਦਾ ਸਫ਼ਰ ਉਹਨਾਂ ਦੀ ਸਵੈ ਜੀਵਨੀ ਹੈ। ਅਗਲਾ ਪ੍ਰਸ਼ਨ ਹੈ ਜੀ ਫਾਲਤੂ ਔਰਤ ਦਾ ਸੰਕਲਪ ਕਿਸ ਨੇ ਦਿੱਤਾ। ਇਹ ਦਿੱਤਾ ਸੀ ਜੀ ਅਜੀਤ ਕੌਰ ਨੇ। ਇਹ ਵੀ 2016 'ਚ ਪ੍ਰਸ਼ਨ ਪੁੱਛਿਆ ਜਾ ਚੁੱਕਿਆ ਹੈ। ਭੂਆ ਕਹਾਣੀ ਵਿਚਲਾ ਮਸਲਾ ਕਿਸ ਨਾਲ ਸੰਬੰਧਿਤ ਹੈ। ਇਹ ਜੀ ਪੇਂਡੂ ਪ੍ਰਾਹੁਣਾਚਾਰੀ ਦੇ ਨਾਲ। ਜਦੋਂ ਲੇਖਕ ਆਪਣੀ ਭੂਆ ਦੇ ਪਿੰਡ ਜਾਂਦਾ ਹੈ ਤਾਂ ਉੱਥੇ ਕਿਸ ਤਰ੍ਹਾਂ ਉਹਦੀ ਭੂਆ
ਤੇ ਉਹਦੀ ਭੂਆ ਦੀ ਜਿਹੜੀ ਨੂੰਹ ਹੈ ਉਹਦੀ ਲੇਖਕ ਦੀ ਸੇਵਾ ਕਰਦੇ ਨੇ। ਅਗਲੇ ਜੀ, ਪੰਜਾਬੀ ਦਾ ਕਿਹੜਾ ਲੇਖਕ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ? ਗੁਰਮੁਖ ਸਿੰਘ ਮੁਸਾਫਿਰ ਜੀ ਰਹੇ ਨੇ। ਅੱਗੇ ਪ੍ਰਸ਼ਨ ਹੈ ਜੀ, ਸਾਂਝ ਕਹਾਣੀ ਦਾ ਕਰਤਾ ਕੌਣ ਹੈ? ਪਿਆਰੇ ਵਿਦਿਆਰਥੀਓ, ਜੇ ਪ੍ਰਸ਼ਨ ਪੇਪਰ ਦੇ ਵਿੱਚ ਆਉਂਦਾ ਤਾਂ ਤੁਸੀਂ ਦੇਖ ਲਿਓ ਵੀ ਕਿਹੜੇ ਰਾਈਟਰ ਹੈ। ਤਿੰਨਾਂ ਦੇ ਵਿੱਚੋਂ ਕੋਈ ਵੀ ਰਾਈਟਰ ਹੋ ਸਕਦਾ ਹੈ। ਇਹ ਹੈ ਜੀ ਸੁਜਾਨ ਸਿੰਘ ਸੀ ਉਰੇ। ਅੱਗੇ ਜੀ, ਡੂਮ ਕਹਾਣੀ ਦਾ ਲੇਖਕ ਕੌਣ ਹੈ? ਵਰਿਆਮ ਸਿੰਘ ਸੰਧੂ। 2016 ਦੇ ਵਿੱਚ ਲੈਕਚਰਰ ਦਾ ਪੇਪਰ ਹੋਇਆ ਸੀ, ਉਹਦੇ ਵਿੱਚੋਂ ਪ੍ਰਸ਼ਨ ਆਏ ਸੀ ਇਹ। ਅੱਗੇ ਜੀ, ਸੁਪਨਿਆਂ ਦੀ ਕਬਰ ਕਿਸ ਲੇਖਕ ਦਾ ਕਹਾਣੀ ਸੰਗ੍ਰਹਿ ਹੈ? ਇਹ ਹੈ ਜੀ ਨਾਨਕ ਸਿੰਘ। ਅੱਗੇ ਜੀ, ਕਹਾਣੀਕਾਰ ਸੰਤੋਖ ਸਿੰਘ ਧੀਰ ਦਾ ਜਨਮ ਸਾਲ ਹੈ 1920। ਕਾਠ ਦੀ ਲੱਤ ਕਹਾਣੀ ਸੰਗ੍ਰਹਿ ਕਿਸ ਦਾ ਹੈ? ਮੋਹਨ ਭੰਡਾਰੀ। ਬੋਲੀ ਧਰਤੀ ਕਿਸ ਲੇਖਕ ਦਾ ਕਹਾਣੀ ਸੰਗ੍ਰਹਿ ਹੈ? ਰਘੁਵੀਰ ਢੰਡ। ਅੱਗੇ ਜੀ, ਵਰਿਆਮ ਸਿੰਘ ਸੰਧੂ ਦੇ ਕਹਾਣੀ ਸੰਗ੍ਰਹਿ ਭੱਜੀਆਂ ਬਾਹੀਂ ਦਾ ਪ੍ਰਕਾਸ਼ਨ ਕਦੋਂ ਹੋਇਆ? ਇਹ ਹੋਇਆ ਸੀ ਜੀ 1987 ਈਸਵੀ ਦੇ ਵਿੱਚ ਹੋਇਆ ਸੀ ਜੀ। ਅਗਲਾ ਪ੍ਰਸ਼ਨ ਹੈ ਜੀ, ਪੰਜਾਬੀ ਕਹਾਣੀਕਾਰ ਗੁਰਮੁਖ ਸਿੰਘ ਮੁਸਾਫਿਰ ਦੀਆਂ ਕਹਾਣੀਆਂ ਦੀ ਮੁੱਖ ਸੁਰ ਕੀ ਹੈ? ਇਹ ਹੈ ਜੀ ਰਾਸ਼ਟਰਵਾਦੀ। ਅੱਗੇ ਹੈ ਜੀ, ਸ਼ੇਰਨੀਆਂ ਕਹਾਣੀ ਦਾ ਵਰਤਾ ਹੈ ਕੁਲਵੰਤ ਸਿੰਘ ਵਿਰਕ। ਕਰਤਾ ਲਿਖ ਲਓ ਜੀ ਉਰੇ, ਕਰਤਾ ਹੈ ਇਹ ਹੈ ਜੀ ਕੁਲਵੰਤ ਸਿੰਘ ਵਿਰਕ। ਅੱਗੇ ਹੈ ਜੀ, ਮੌਤ ਅਲੀ ਬਾਬੇ ਦੀ ਕਿਸ ਦਾ ਕਹਾਣੀ ਸੰਗ੍ਰਹਿ ਹੈ? ਅਜੀਤ ਕੌਰ ਦਾ। ਸਾਂਝ ਕਹਾਣੀ ਦਾ ਕਰਤਾ ਹੈ ਸਾਂਝੀ ਕੰਧ ਕਹਾਣੀ ਦਾ ਕਰਤਾ ਹੈ ਸੰਤੋਖ ਸਿੰਘ ਧੀਰ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਕਦੋਂ ਹੋਇਆ? 1895 ਈਸਵੀ ਦੇ ਵਿੱਚ ਹੋਇਆ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਮਾਤਾ ਪਿਤਾ ਅਤੇ ਪਤਨੀ ਦਾ ਨਾਮ? ਮਾਤਾ ਦਾ ਨਾਮ ਸੀ ਜੀ ਮਾਲਨੀ ਕੌਰ ਜਾਂ ਮਿਲਨੀ ਕੌਰ ਵੀ ਲਿਖਿਆ ਹੋਇਆ ਕਿਤੇ। ਪਿਤਾ ਦਾ ਨਾਮ ਸੀ ਜੀ ਪਸ਼ੋਰਾ ਸਿੰਘ ਜੀ ਅਤੇ ਪਤਨੀ ਦਾ ਨਾਮ ਸੀ ਸ਼ਿਵਦੇਈ। ਅੱਗੇ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਰਸਾਲਾ ਕਿਸ ਨੇ ਅਤੇ ਕਦੋਂ ਸ਼ੁਰੂ ਕੀਤਾ? ਇਹ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਸ਼ੁਰੂ ਕੀਤਾ ਸੀ 1933 ਈਸਵੀ ਦੇ ਵਿੱਚ। ਗੁਰਬਖਸ਼ ਸਿੰਘ ਕਹਾਣੀਕਾਰ ਦੇ ਨਾਲ ਹੋਰ ਕੀ ਸਨ? ਹੋਰ ਸੀ ਜੋ ਸੰਪਾਦਕ ਵੀ ਸੀ, ਲੇਖਕ ਵੀ ਸੀ, ਵਾਰਤਕਕਾਰ ਵੀ ਨੇ ਅਤੇ ਨਾਟਕਕਾਰ ਵੀ ਨੇ। ਗੁਰਬਖਸ਼ ਸਿੰਘ ਨੇ ਕਿਹੜਾ ਨਗਰ ਵਸਾਇਆ? ਇਹਨਾਂ ਨੇ ਪ੍ਰੀਤਨਗਰ ਵਸਾਇਆ 1938 ਦੇ ਵਿੱਚ ਅੰਮ੍ਰਿਤਸਰ ਦੇ ਨੇੜੇ। ਅੱਗੇ ਜੀ, ਬਾਲ ਸੰਦੇਸ਼ ਜਿਹਨੂੰ ਕਹਾਣੀਕਾਰਾਂ ਦਾ ਮੱਕਾ ਜਾਂ ਸਾਹਿਤਕਾਰਾਂ ਦਾ ਮੱਕੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅੱਗੇ ਜੀ, ਬਾਲ ਸੰਦੇਸ਼ ਨਾਮ ਦਾ ਮਾਸਿਕ ਪੱਤਰ ਕਿਸ ਨੇ ਸ਼ੁਰੂ ਕੀਤਾ? ਇਹ ਕੀਤਾ ਸੀ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸ਼ੁਰੂ ਕੀਤਾ ਸੀ ਬਾਲ ਸੰਦੇਸ਼। ਗੁਰਬਖਸ਼ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਭੇਂਟ ਕੀਤਾ ਗਿਆ? ਇਹ ਹੈ ਜੀ 1970 ਈਸਵੀ ਦੇ ਵਿੱਚ ਉਹਨਾਂ ਦੇ 75ਵੀਂ ਵਰ੍ਹੇਗੰਢ ਦੇ ਉੱਪਰ ਭੇਂਟ ਕੀਤਾ ਗਿਆ ਸੀ। ਰਾਜਕੁਮਾਰੀ ਲਤੀਕਾ ਨਾਟਕ ਕਿਸ ਦਾ ਹੈ? ਇਹ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਨਾਟਕ ਹੈ ਜੀ 1935 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਅਗਲਾ ਪ੍ਰਸ਼ਨ ਹੈ ਜੀ, ਗੁਰਬਖਸ਼ ਸਿੰਘ ਨੇ ਬੱਚਿਆਂ ਲਈ ਕਿੰਨੀਆਂ ਪੁਸਤਕਾਂ ਲਿਖੀਆਂ? ਬੱਚਿਆਂ ਦੇ ਲਈ ਉਹਨਾਂ ਨੇ 5 ਪੁਸਤਕਾਂ ਲਿਖੀਆਂ ਸੀ। ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ, ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ ਅਤੇ ਜੁਗਾਂ ਪੁਰਾਣੀ ਗੱਲ। ਅਨੋਖੇ ਤੇ ਇਕੱਲੇ ਭਾਬੀ ਮੈਨਾ ਕਿਸ ਦੇ ਕਹਾਣੀ ਸੰਗ੍ਰਹਿ ਹਨ? ਇਹਨੇ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੇ। ਅਗਲਾ ਪ੍ਰਸ਼ਨ ਹੈ ਜੀ, ਗੁਰਬਖਸ਼ ਸਿੰਘ ਦੇ 2 ਕਹਾਣੀ ਸੰਗ੍ਰਹਿਾਂ ਦੇ ਨਾਮ? ਪ੍ਰੀਤ ਕਹਾਣੀਆਂ, ਨਾਗ ਪ੍ਰੀਤ ਦਾ ਜਾਦੂ। ਤਾਂ ਪਿਆਰੇ ਵਿਦਿਆਰਥੀਓ, ਵੱਧ ਤੋਂ ਵੱਧ ਰਚਨਾਵਾਂ, ਕਹਾਣੀਆਂ, ਕਹਾਣੀ ਸੰਗ੍ਰਹਿਾਂ ਅਤੇ ਲੇਖਕ ਦੇ ਬਾਰੇ ਜਾਣਕਾਰੀ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਸੰਖੇਪ ਪ੍ਰਸ਼ਨਾਂ ਦੇ ਵਿੱਚ। ਹਾਂਜੀ, ਅੱਗੇ ਜੀ, ਮੰਜ਼ਿਲ ਦਿਸ ਪਈ ਕਿਸ ਦੀ ਸਵੈ ਜੀਵਨੀ ਹੈ? ਇਹ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਹੈ ਮੰਜ਼ਿਲ ਦਿਸ ਪਈ। ਇਸ ਤੋਂ ਇਲਾਵਾ ਇਹਨਾਂ ਦੀਆਂ 2 ਹੋਰ ਸਵੈ ਜੀਵਨੀਆਂ ਨੇ। ਇੱਕ ਹੈਗੀ ਜੀ ਮੇਰੀ ਜੀਵਨ ਕਹਾਣੀ ਭਾਗ 1 ਅਤੇ ਮੇਰੀ ਜੀਵਨ ਕਹਾਣੀ ਭਾਗ 2। ਇਹ ਸਵੈ ਜੀਵਨੀ ਵਾਲੇ ਭਾਗ ਦੇ ਵਿੱਚ ਵੀ ਕਰਿਆ। ਅਗਲਾ ਪ੍ਰਸ਼ਨ ਹੈ ਜੀ, ਪਿਆਰ ਨਹੀਂ ਪ੍ਰਵਾਨਗੀ, ਗਜਨੀ, ਗਜਾਧਰ ਅਤੇ ਹਾਕੀ ਵਾਲਾ ਸਰਦਾਰ ਕਿਸ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਨੇ? ਇਹਨੇ ਜੀ ਰੰਗ ਸਹਿਕ ਦਾ ਦਿਲ। ਪਿਆਰੇ ਵਿਦਿਆਰਥੀਓ, ਇਸ ਦੇ ਉੱਪਰ ਅੱਗੇ ਜੀ, ਕੈਥੀਰੀਨ, ਸੋਮਾ ਅਤੇ ਸੁਨੀਲ ਸ਼ਿਵਾਨੀ ਕਿਸ ਦੀਆਂ ਕਹਾਣੀਆਂ ਹਨ? ਇਹਨੇ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਨੇ, ਜੋ ਕਿ ਰੰਗ ਸਹਿਕ ਦਾ ਦਿਲ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਨੇ। ਅੱਗੇ ਜੀ, ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਕਿਸ ਦੀ ਰਚਨਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ। ਲੈਲਾ ਮਜਨੂ ਅਤੇ ਚੰਡੀ ਦਾਸ ਕਿਸ ਦੀ ਰਚਨਾ ਹੈ? ਇਹ ਵੀ ਰਚਨਾ ਨੇ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀਆਂ। 10 ਪ੍ਰਸ਼ਨ ਰਹਿ ਗਏ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ। ਉਮੀਦ ਕਰਦਾ ਕਿ ਵੀਡੀਓ ਵਿਚਲੇ ਪ੍ਰਸ਼ਨ ਤੁਹਾਡੇ ਜ਼ਰੂਰ ਕੰਮ ਆਉਣਗੇ, ਤੁਹਾਡੀ ਵਧੀਆ ਤਿਆਰੀ ਚੱਲ ਰਹੀ ਹੋਵੇਗੀ। ਅੱਗੇ ਜੀ, ਅਨੋਖੇ ਤੇ ਇਕੱਲੇ ਕਹਾਣੀ ਸੰਗ੍ਰਹਿ ਦੀਆਂ 2 ਕਹਾਣੀਆਂ ਦੱਸੋ? ਇਹਨੇ ਜੀ ਪ੍ਰੇਮ ਪੁੰਗਰਾ, ਚਟਾਨ ਵਰਗਾ ਅਚਾਰ ਅਤੇ ਚੰਡੀ ਦਾਸ।
ਅੱਗੇ ਜੀ ਸ਼ਬਨਮ ਤੇ ਜ਼ਿੰਦਗੀ ਵਾਰਸ ਹੈ ਕਿਸ ਦੇ ਕਹਾਣੀ ਸੰਗ੍ਰਹਿ ਨੇ? ਗੁਰਬਖਸ਼ ਸਿੰਘ ਪ੍ਰੀਤਲੜੀ ਦੇ। ਅੱਗੇ ਜੀ ਅਣਵਿਆਹੀ ਮਾਂ ਰਚਨਾ ਕੀ ਹੈ? ਇਹ ਨਾਵਲ ਹੈ ਜੀ। ਅਣਵਿਆਹੀ ਮਾਂ ਨਾਵਲ ਗੁਰਬਖਸ਼ ਸਿੰਘ ਪ੍ਰੀਤਲੜੀ। ਅੱਗੇ ਜੀ ਵਿਧਵਾ ਪ੍ਰੀਤ ਕਿਸ ਦੀ ਰਚਨਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਜੀ ਇਹ। ਅੱਗੇ ਜੀ ਨੀਰੂ ਦੀ ਨਾਰਦਾਂ ਪੌਤਾ ਪਾਂਦੀ ਰਚਨਾਵਾਂ ਨੇ? ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਨੇ। ਭਾਬੀ ਮੈਨਾ ਕਹਾਣੀ ਸੰਗ੍ਰਹਿ। ਮੁਵੀਨਾ ਕੀ ਸੁਕੀਨਾ ਕਿਸ ਦੀ ਰਚਨਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਰਚਨਾ ਹੈ। ਗੁਰਬਖਸ਼ ਸਿੰਘ ਦੀ ਮੌਤ ਕਦੋਂ ਹੋਈ? 20 ਅਗਸਤ 1977 ਈਸਵੀ ਦੇ ਵਿੱਚ। ਅੱਗੇ ਜੀ ਸ਼ਬਨਮ ਕਹਾਣੀ ਸੰਗ੍ਰਹਿ ਵਿੱਚ ਦਰਜ ਰਚਨਾਵਾਂ, ਜਿਹਦੇ ਵਿੱਚ ਹੈ ਸ਼ਬਨਮ, ਰਾਧਾ, ਕਿਹਿਰੂ 10 ਨੰਬਰੀਆ। ਅੱਗੇ ਹੈ ਜੀ ਅੰਜੂ ਗਾੜੂ, ਸਤੀ ਮਾਤਾ, ਪੂਜ ਮਾਤਾ ਅਤੇ ਦਾਰਾਂ। ਅਗਲਾ ਪ੍ਰਸ਼ਨ ਹੈ ਜੀ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਵਿੱਚ ਸ਼ਾਮਲ ਕੋਈ 2 ਕਹਾਣੀਆਂ। ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਕਹਾਣੀ ਸੰਗ੍ਰਹਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਇਹਦੇ ਵਿੱਚ ਕਹਾਣੀਆਂ ਨੇ ਜੀ ਸੋਨੀ ਮਹੀਵਾਲ, ਸੱਸੀ ਪੁੰਨੂ। ਅਖੀਰਲਾ ਪ੍ਰਸ਼ਨ ਇਸ ਵੀਡੀਓ ਦਾ, ਜਿਹਦੇ ਨਾਲ ਤੁਹਾਡੇ 500 ਪ੍ਰਸ਼ਨ ਕੰਪਲੀਟ 250 ਪ੍ਰਸ਼ਨ ਹੈ ਜੋ ਕੰਪਲੀਟ ਹੋ ਜਾਣਗੇ, ਉਹ ਹੈ ਜੀ ਰਤਨਾਵਲੀ, ਜੂਹਰਾ, ਦਾਸ, ਬੰਮ ਬਹਾਦਰ, ਕੈਦੀ, ਪ੍ਰੀਖਿਆ। ਉਪਰੋਕਤ ਰਚਨਾਵਾਂ ਕਿਸ ਦੀਆਂ ਹਨ? ਇਹ ਨੇ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ। ਇਸੀ ਪਿਆਰੇ ਵਿਦਿਆਰਥੀਓ, ਦੂਜਾ ਭਾਗ ਕਹਾਣੀਕਾਰਾਂ ਦੇ ਨਾਲ ਸੰਬੰਧਿਤ, ਜਿਹਦੇ ਵਿੱਚ ਤੁਸੀਂ 125 ਪ੍ਰਸ਼ਨ ਕੀਤੇ ਨੇ। ਇਸ ਤੋਂ ਪਹਿਲਾਂ ਵਾਲੇ ਭਾਗ ਦੇ ਵਿੱਚ ਵੀ 125 ਪ੍ਰਸ਼ਨ ਕੀਤੇ ਨੇ, ਤਾਂ 250 ਪ੍ਰਸ਼ਨ ਹੋ ਗਏ। ਇਸੀ ਵੀਡੀਓ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਜ਼ਰੂਰ ਵਧੀਆ ਲੱਗੇਗੀ। ਕਮੈਂਟ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ।